अस्सलाम वालेकुम नाजरीन, मैं हूं आपका मेज़बान मोहम्मद शहजाद और आप देख रहे हैं 44 न्यूज़। नाजरीन, जैसा कि ये कोई भी बात ढकी छुपी नहीं है कि पाकिस्तान से बहुत बड़ी तादाद मोमिनीन की, ज़ायरीन की ईरान का सफ़र करती है ज़ियारात के लिए। गुज़श्ता महीने भी एक काफ़िला ज़ियारत के लिए ईरान के सफ़र पे गया, लेकिन उनके साथ एक अजीब सा वाक़या पेश आ गया। जो उनका जो बंदा था, जो सरबराह जो काफ़िला लेके गया, उसके साथ वहाँ पे कुछ ऐसे अनासर थे इंसानी स्मगलिंग में जो मुलव्वस थे, उन्होंने उसको अगवा कर लिया और उससे तकरीबन 10-11 लाख के नज़दीक उसके पास रकम थी, वो उससे छीन ली। और फिर उसके अलावा उससे बाकायदा उसको कत्ल की धमकियाँ देते रहे और उससे ये डिमांड करते रहे कि अपने घर वालों से मज़ीद रकम मंगवाओ, फिर आपको छोड़ते हैं। ये जो वाक़या है, ये ईरानी गवर्नमेंट के लिए और पाकिस्तानी हुकूमत के लिए भी एक बड़ा काबिल फ़िक्र जो और काबिल गौर मामला है। हमारे साथ इस वक्त जो मज़कूरा जो शख्स था, जो जिसके साथ ये वाक़या पेश आया, वो हमारे साथ मौजूद है। हम आपको उससे बात भी उसकी आपसे करवाएंगे और उससे ये जानेंगे कि उसके साथ ये क्या वाक़या पेश आया, ताकि आइंदा जाने वाले बहुत से ज़ायरीन इससे महफूज रह सकें और इस तरह के वाक़यात जो हैं वो किसी और के साथ पेश ना आए। जी भाईजान, क्या नाम है आपका? आबद हुसैन नाम है मेरा। आबद साहब, कब गए हैं आप ईरान? मैं 10 ਮਾਰਚ ਨੂੰ ਪਾਕਿਸਤਾਨ ਤੋਂ ਗਿਆ ਸਾਂ ਤੇ 12 ਮਾਰਚ ਨੂੰ ਮੇਰੀ ਐਂਟਰੀ ਹੋਈ ਹੈ ਤੇ 15 ਦੀ ਸਵੇਰ ਮੈਂ ਕੌਮ ਪਹੁੰਚਿਆ ਵਾਂ। ਅੱਛਾ, ਕਿੰਨੇ ਲੋਕਾਂ ਦਾ ਤੁਸੀਂ ਵਫਦ ਜਿਹੜਾ ਉਹ ਲੈ ਕੇ ਗਏ ਸੋ ਇਹ ਜ਼ਿਆਰਤਾਂ ਵਾਸਤੇ? 20 ਲੋਕ ਸਨ ਸੀ ਮੇਰੇ ਨਾਲ, ਜਿਹੜੇ 19 ਲੋਕ ਸਨ, 20 ਮੈਂ ਸਾਂ, 20 ਲੋਕ ਸਾਂ ਸੀ। ਅੱਛਾ, ਇਹ ਤੁਸੀਂ ਜਾਣ ਦਾ ਵੀਜ਼ਾ ਜਿਹੜਾ ਤੁਸੀਂ ਇੱਥੋਂ ਹਾਸਲ ਕੀਤਾ ਪਾਕਿਸਤਾਨ ਚੋਂ? ਜੀ ਪਾਕਿਸਤਾਨ ਤੋਂ ਕੀਤਾ, ਲਾਹੌਰ ਤੋਂ। ਉਹਦੇ ਬਾਅਦ ਫਿਰ ਜਦੋਂ ਤੁਸੀਂ ਈਰਾਨ ਦਾਖਲ ਹੋ ਗਏ ਤੇ ਕਿਹੜੇ ਲੋਕਾਂ ਨੇ ਤੁਹਾਨੂੰ ਉੱਥੇ ਅਗਵਾ ਕਰ ਲਿਆ, ਜਿਨ੍ਹਾਂ ਤੁਹਾਨੂੰ ਤਸ਼ੱਦਦ ਦਾ ਨਿਸ਼ਾਨਾ ਵੀ ਬਣਾਇਆ ਤੇ ਔਰ ਆਪਣੇ ਕਬਜ਼ੇ 'ਚ ਵੀ ਰੱਖਿਆ ਤੁਹਾਨੂੰ ਕੁਛ ਅਰਸੇ ਵਾਸਤੇ? ਉੱਥੇ ਪਾਕਿਸਤਾਨੀ ਲੋਕ ਸਨ ਤੇ ਅਸੀਂ ਪਹੁੰਚੇ ਹਾਂ ਉੱਥੇ ਤੇ 15-16 ਤਰੀਕ ਨੂੰ ਅਸੀਂ ਉੱਥੇ ਪਹੁੰਚੇ ਹਾਂ ਤੇ 3-4 ਦਿਨ ਸਾਨੂੰ ਮਿਲੇ ਲੰਘੇ ਨੇ ਸਾਨੂੰ, ਤੇ ਮੈਨੂੰ ਇਹਨਾਂ ਹੋਟਲ ਤੋਂ ਚੁੱਕਿਆ। ਚੁੱਕ ਕੇ ਜਦੋਂ ਮੈਨੂੰ ਲੈ ਗਏ ਆਪਣੀ ਰਿਹਾਇਸ਼ 'ਤੇ, ਉੱਥੇ ਜਾ ਕੇ ਨਾ ਮਾਰਿਆ ਇਹਨਾਂ। ਫਿਰ ਮੈਨੂੰ ਦੱਸਿਆ ਕਿ ਅਸੀਂ ਮਿੰਟ ਦੀ ਸਾਡੀ ਖਬਰ ਸੀ, ਜਦੋਂ ਤੂੰ ਪਾਕਿਸਤਾਨ ਤੋਂ ਆਇਆ, ਜਦੋਂ ਤੂੰ ਈਰਾਨ ਪਹੁੰਚਿਆ, ਬਾਰਡਰ ਕ੍ਰਾਸ ਕੀਤਾ, ਸਾਨੂੰ ਮਿੰਟ ਦੀ ਖਬਰ ਸੀ। ਇਸ ਤਰ੍ਹਾਂ ਮੇਰੀ ਇਹਨਾਂ ਰੈਕੀ ਕਰ ਰਹੇ ਸਨ। ਉੱਥੋਂ ਮੈਨੂੰ ਨਾ ਚੁੱਕਿਆ ਨਾ, ਫਿਰ ਮੈਨੂੰ 2 ਦਿਨ ਮਾਰਿਆ ਮੈਨੂੰ। ਮੇਰੀਆਂ ਮੂਵੀਆਂ ਬਣਾ ਕੇ ਮੇਰੇ ਘਰ ਕੱਲੀਆਂ, ਜਿਹੜੇ ਮੇਰੇ ਕੋਲ ਨਕਦੀ ਪੈਸੇ ਸਨ 10 ਲੱਖ ਰੁਪਇਆ ਸੀ ਤਕਰੀਬਨ, ਉਹ ਵੀ ਮੇਰੇ ਕੋਲ ਇਹਨਾਂ ਖੋਲਿਆ। ਕਾਗਜ਼, ਪਾਸਪੋਰਟ, ਜੋ ਕੁਝ ਮੇਰੇ ਕੋਲ ਐਸੀ ਹਰ ਚੀਜ਼ ਇਹਨਾਂ ਖੋਲੀ, ਮੋਬਾਈਲ ਤੱਕ ਮੇਰੇ ਕੋਲ ਇਹਨਾਂ ਖੋਲਿਆ ਇਹਨਾਂ। ਫਿਰ ਮੈਨੂੰ ਮਾਰਿਆ, ਠੀਕ ਹੈ। ਮਾਰਨ ਤੋਂ ਬਾਅਦ ਫਿਰ ਇਹਨਾਂ ਕੀ ਕੀਤਾ, ਮੇਰੀ ਮੂਵੀ ਬਣਾਉਂਦੇ ਰਹਿਣ, ਜਿਵੇਂ ਮਾਰਦੇ ਰਹਿਣ, ਮੇਰੀ ਮੂਵੀ ਬਣਾਉਂਦੇ ਰਹਿਣ। ਮੇਰੇ ਘਰ ਇਹਨਾਂ ਨਾਲ ਘੱਲੀਏ ਅਤੇ ਮੇਰੇ ਘਰਦਿਆਂ ਨੂੰ ਬਲੈਕਮੇਲ ਕਰਕੇ ਆਉਂਦੇ ਨੇ ਕਿ 10 ਲੱਖ ਰੁਪਈਆ ਲਵਾਓ ਅਤੇ ਤਾਂ ਅਸੀਂ ਇਹਨੂੰ ਛੱਡਣਾ, ਨਹੀਂ ਤਾਂ ਅਸੀਂ ਇਹਨੂੰ ਜਾਨੋਂ ਮਾਰ ਦੇਣਾ। ਅੱਛਾ, ਤੁਸੀਂ ਇਹ ਦੱਸੋ, ਇਸ ਤੋਂ ਪਹਿਲੇ ਵੀ ਤੁਸੀਂ ਇਹ ਆਪਣਾ ਵਫਦ ਲੈ ਕੇ ਜਾਂਦੇ ਰਹੇ ਹੋ ਜ਼ਿਆਰਤਾਂ ਵਿੱਚ? ਜੀ, ਸਾਲ ਪਹਿਲੇ ਗਿਆ ਸਾਂ ਅਤੇ ਉਸ ਤੋਂ ਬਾਅਦ ਹੁਣ ਗਏ ਹਾਂ। ਪਹਿਲੇ ਤਾਂ ਇਸ ਤਰ੍ਹਾਂ ਵਾਕਿਆ ਕੋਈ ਪੇਸ਼ ਨਹੀਂ ਸੀ ਆਇਆ? ਕੋਈ ਇਸ ਤਰ੍ਹਾਂ ਦਾ ਵਾਕਿਆ ਪੇਸ਼ ਨਹੀਂ ਆਇਆ ਇਸ ਤੋਂ ਪਹਿਲੇ। ਜਿਹੜੇ ਤੁਹਾਡੇ ਨਾਲ ਬੰਦੇ ਸਨ, ਜਿਹੜੇ ਵਫਦ 'ਚ ਸ਼ਾਮਲ ਸਨ ਲੋਕ, ਬਹੁਤ ਸਾਰੇ, ਤੁਸੀਂ ਕਹਿੰਦੇ ਕੋਈ 20 ਲੋਕ ਸ਼ਾਮਲ ਸਨ ਵਫਦ ਵਿੱਚ, ਉਹਨਾਂ ਦਾ ਕੀ ਬਣਿਆ ਜਦੋਂ ਤੁਹਾਨੂੰ ਚੁੱਕ ਕੇ ਲੈ ਗਏ? ਠੀਕ ਹੈ, ਜਿਹਨੂੰ ਤੁਹਾਨੂੰ ਉਹਨਾਂ ਨੇ ਆਪਣਾ ਗ੍ਰਿਫਤਾਰ ਕਰ ਲਿਆ, ਅਗਵਾ ਕਰ ਲਿਆ, ਉਹਦੇ ਬਾਅਦ ਫਿਰ ਉਹ ਕਿਸ ਦਿਨ ਗਏ ਉਹ ਬੰਦੇ ਜਿਹੜੇ ਸਨ? ਉਹਨਾਂ ਦੀ ਕੋਈ ਖਬਰ ਨਹੀਂ ਹੈ, ਕਿਉਂਕਿ ਜਦੋਂ ਮੇਰੇ ਕੋਲੋਂ ਨਾ ਮੈਨੂੰ ਚੁੱਕਿਆ ਨਾ ਮੈਨੂੰ ਲੈ ਗਏ ਨੇ ਆਪਣੀ ਰਿਹਾਇਸ਼ 'ਤੇ, ਮਾਰਿਆ ਕੁੱਟਿਆ ਨੇ, ਮੇਰਾ ਉਹਨਾਂ ਮੋਬਾਈਲ ਖੋਹ ਲਿਆ। ਠੀਕ ਹੈ, ਮੈਨੂੰ ਉਹਨਾਂ ਦੀ ਕੋਈ ਖਬਰ ਨਹੀਂ ਹੈ, ਨਾ ਕਿਸੇ ਨਾਲ ਮੇਰਾ ਰਾਬਤਾ ਹੋ ਸਕਿਆ, ਕਿਉਂਕਿ ਉਹ ਜਿੰਨੀ ਦੇਰ ਮੈਂ 3 ਦਿਨ ਉਹਨਾਂ ਦੇ ਕੋਲ ਰਿਹਾ, ਉਹਨਾਂ ਮੇਰਾ ਮੋਬਾਈਲ ਮੈਨੂੰ ਨਹੀਂ ਦਿੱਤਾ। ਠੀਕ ਹੈ, ਮੇਰੇ ਨਾਲ ਉਹਨਾਂ ਜ਼ਿਆਦਤੀ ਕੀਤੀ, ਮੈਨੂੰ ਬੜਾ ਉਹਨਾਂ ਮਾਰਿਆ। ਗੱਡੀ ਦੇ ਬਿਠਾਉਣ ਤੱਕ, ਮੈਨੂੰ ਈਰਾਨ ਤੋਂ ਕੱਢਣ ਤੱਕ ਉਹਨਾਂ ਮੇਰਾ ਮੋਬਾਈਲ ਨਹੀਂ ਛੱਡਿਆ, ਮੈਂ ਕਿਸੇ ਨਾਲ ਰਾਬਤਾ ਨਹੀਂ ਕਰ ਸਕਿਆ। ਇਹ ਕਿੰਨੀ ਰਕਮ ਸੀ ਜਿਹੜੀ ਤੁਹਾਡੇ ਕੋਲੋਂ, ਜਿਹੜੀ ਉਹਨਾਂ ਨੇ ਤੁਹਾਡੇ ਕੋਲੋਂ ਛੀਨ ਲਈ ਤੁਹਾਡੇ ਨਾਲ? 10 ਲੱਖ ਰੁਪਇਆ ਉੱਥੇ ਇਹਨਾਂ ਲਿਆ ਮੇਰੇ ਕੋਲ ਸਨ ਨਾ ਲੋਕ, ਮੇਰੇ ਨਾਲ ਸਨ, ਅਤੇ ਉਹਨਾਂ ਨੂੰ ਵਾਪਸ ਵੀ ਲੈ ਕੇ ਸਾਰਾ ਖਰਚਾ ਮੈਂ ਹੀ ਉਹਨਾਂ ਦਾ ਕਰਨਾ ਸੀ। ਉਹ ਵੀ ਮੇਰੇ ਕੋਲ ਸਨ, ਅਤੇ ਪਿੱਛੋਂ ਇਹਨਾਂ ਮੇਰੇ ਘਰ ਮੇਰੀ ਵੀਡੀਓ ਘੱਲ ਕੇ ਮੈਨੂੰ ਮਾਰ ਕੇ ਵੀਡੀਓ ਭੇਜ ਕੇ ਆਉਂਦੇ ਹਨ, ਪੈਸੇ ਲਵਾਓ 10 ਲੱਖ ਰੁਪਇਆ ਨੇ, ਅਤੇ ਇਹਨੂੰ ਮਾਰ ਛੱਡਣਾ। 10 ਲੱਖ ਰੁਪਇਆ ਨਾ ਪਾਕਿਸਤਾਨ ਮੇਰੇ ਕੋਲ ਲਿਆ ਅਕਾਊਂਟ ਵਿੱਚ, ਬੈਂਕ ਅਕਾਊਂਟ ਵਿੱਚ। ਅੱਛਾ, ਜਿਹੜਾ ਤੁਸੀਂ ਪਾਕਿਸਤਾਨ ਉਹਨਾਂ ਦੇ ਪੈਸੇ ਉਹਨਾਂ ਨੂੰ ਦਿੱਤੇ ਤਵਾਨ ਦੇ, ਉਹ ਬਕਾਇਦਾ ਉਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਕੀਤੇ ਹਨ ਤੁਸੀਂ? ਜੀ, ਉਹਨਾਂ ਬੈਂਕ ਅਕਾਊਂਟ ਭੇਜਿਆ ਸੀ ਅਤੇ ਉਹਦੇ ਵਿੱਚ ਜਿਹਨਾਂ ਟ੍ਰਾਂਸਫਰ ਕਰਵਾਏ ਨੇ। ਅਤੇ ਫਿਰ ਤਾਂ ਬੰਦੇ ਟਰੇਸ ਕਰਨਾ ਤਾਂ ਕੋਈ ਮੁਸ਼ਕਿਲ ਗੱਲ ਨਹੀਂ ਹੈ। ਹਾਂਜੀ, ਬਸ ਨਹੀਂ ਨਾ, ਮੇਰੇ ਕੋਈ ਮਦਦ ਨਹੀਂ ਕਰ ਰਿਹਾ, ਮੈਂ ਬੜਾ ਪਰੇਸ਼ਾਨ ਹਾਂ। ਤੁਸੀਂ ਕਿਸ ਪਲੇਟਫਾਰਮ 'ਤੇ ਗਏ ਹੋ, ਤੁਸੀਂ ਮੁਤਲਕਾ RPO ਨੂੰ ਮਿਲੇ ਹੋ? ਅਸੀਂ ਇੱਥੇ ਲਾਹੌਰ ਖੁੱਲ੍ਹੀ ਕਚਹਿਰੀ ਗਏ ਹਾਂ, ਸਾਨੂੰ ਇੱਕ ਪਰਚੀ ਦਿੱਤੀ, ਉਸ ਲੈ ਕੇ ਗੁਜਰਾਂਵਾਲੇ ਗਏ ਹਾਂ, ਉਹਨਾਂ ਨੂੰ ਮਿਲਿਆ। ਉਹਨਾਂ ਸਾਨੂੰ ਕਿਹਾ ਕਿ ਤੁਸੀਂ ਨਾ ਸਵਾਰੀਆਂ ਮੰਗਲ ਨੂੰ ਨੰਬਰ ਆਪਣਾ ਦੇ ਜਾਓ, ਤੁਹਾਨੂੰ ਅਸੀਂ ਫ਼ੋਨ ਕਰਕੇ ਸੱਦ ਲਾਂਗੇ।
ਤੁਸੀਂ ਉੱਥੇ ਗੁਜਰਾਂ ਵਾਲੇ ਆਪਣੇ ਆਰਪੀਓ ਸਾਹਿਬ ਨੂੰ ਮਿਲੇ ਹੋ ਤੁਸੀਂ? ਜੀ ਮਿਲੇ ਹਾਂ ਜੀ ਮਿਲੇ। ਉਹਨਾਂ ਨੇ ਕੀ ਕਿਹਾ? ਉਹਨਾਂ ਬਸ ਉਹ ਸਾਈਨ ਕਰਕੇ ਦੇਖ ਰਿਹਾ ਸੀ। ਉਹਨਾਂ ਆਖਿਆ ਜੀ ਬੰਦਾ ਜਿਹੜਾ ਅੱਗੇ ਉਹਨਾਂ ਰੱਖਿਆ, ਉਹਨਾਂ ਤੁਹਾਨੂੰ ਆਖਿਆ ਕਿ ਤੁਸੀਂ ਆਪਣਾ ਨੰਬਰ ਲਿਖਾ ਜਾਓ ਤੇ ਤੁਹਾਨੂੰ ਅਸੀਂ ਬੁਲਾਵਾਂਗੇ। ਜਿਹੜਾ ਇੱਥੇ ਜਿੰਨੇ ਬੰਦਿਆਂ ਨੇ ਕਿਸ ਤਰ੍ਹਾਂ ਤੁਹਾਡਾ ਰਾਬਤਾ ਹੋਇਆ, ਤੁਹਾਡੇ ਘਰਦਿਆਂ ਦਾ ਜਿਹੜੇ ਪਿੱਛੇ ਫੈਮਿਲੀ ਸੀ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨਾਲ ਰਾਬਤਾ ਕੀਤਾ, ਜਾਂ ਉਹਨਾਂ ਨੇ ਕਿਸ ਤਰ੍ਹਾਂ ਤੁਹਾਡੀ ਫੈਮਿਲੀ ਨਾਲ ਰਾਬਤਾ ਕੀਤਾ? ਉਹਨੇ ਇਸ ਤਰ੍ਹਾਂ ਰਾਬਤਾ ਕੀਤਾ ਨਾ, ਉਹ ਜਿਹੜੇ ਬੰਦੇ ਸਨ ਕੁਛ ਨਾਲ, ਉਹਨਾਂ ਦੇ ਨਾਲ ਬੰਦਾ ਸੀ ਇੱਕ, ਤੇ ਉਹ ਪਿੱਛੇ ਸੀ, ਉਹ ਮੇਰੇ ਨਾਲ ਦਾ ਹੀ ਸੀ, ਮੇਰੇ ਗਾਉਂ ਦਾ ਹੀ ਸੀ, ਤੇ ਉਹਦੇ ਥਰੂ ਰਾਬਤਾ ਕੀਤਾ। ਉਹਦੇ ਵਾਲਦ ਨਾਲ ਮੈਂ ਰਾਬਤਾ ਕਰਵਾਇਆ ਕਿ ਇਸ ਤਰ੍ਹਾਂ ਮੇਰੇ ਨਾਲ ਕੰਮ ਬਣ ਗਿਆ। ਉਹ ਫਿਰ ਉਹਨੂੰ ਫੋਨ ਕਰਦੇ ਰਹੇ ਨੇ, ਉਹਨੇ ਫਿਰ ਮਤਲਬ ਕਹਾ ਉਹਨਾਂ ਫਿਰ ਬੰਦਾ ਦੱਸਿਆ ਕਿ ਫਲਾਣੇ ਬੰਦੇ ਨੂੰ ਪੈਸੇ ਦਿਓ ਜਾ ਕੇ, ਉਹਦੀ ਵੀ ਜਿਹੜੀ ਨਾ ਏਜੰਸੀ ਹੈ, ਵੀਜ਼ੇ ਵੂਜ਼ੇ ਲਵਾਉਂਦੇ ਨੇ, ਵੀ ਲਾ ਕੇ ਲੋਕਾਂ ਨੂੰ ਦਿੰਦੇ ਨੇ। ਉਹਦੇ ਨਾਲ ਫਿਰ ਉਹਨਾਂ ਰਾਬਤਾ ਕਰਵਾਇਆ ਤੇ ਉਹਦੇ ਜ਼ਰੀਏ ਫਿਰ ਸਾਰੇ ਪੈਸੇ ਉਹਨਾਂ ਲੈਣ ਸਾਡੇ ਕੋਲੋਂ, ਅਕਾਊਂਟ ਦੇ ਵਿੱਚ ਵੀ ਉਹਨਾਂ ਲਵਾਏ ਨੇ ਇਸ ਤਰ੍ਹਾਂ ਹੀ ਉਹਦੇ ਥਰੂ। ਅੱਛਾ, ਕਿ 10 ਲੱਖ ਉਹਨਾਂ ਤੁਹਾਡੇ ਕੋਲ ਉੱਥੋਂ ਲੈ ਲਿਆ, 10 ਲੱਖ ਉਹਨਾਂ ਇੱਥੇ ਦੇ ਦਿੱਤਾ, ਜਿਹੜਾ ਤੁਸੀਂ ਉਹਨਾਂ ਨੂੰ ਅਕਾਊਂਟ 'ਚ ਸ਼ਿਫਟ ਕੀਤਾ ਉਹਨਾਂ ਦੇ, ਠੀਕ ਹੈ? ਔਰ ਇਹ ਸਾਰੀ ਤਫਸੀਲ ਤੁਸੀਂ ਆਰਪੀਓ ਸਾਹਿਬ ਨੂੰ ਬਿਆਨ ਕੀਤੀ ਹੈ? ਜੀ ਅਸੀਂ ਕੀਤੀ ਹੈ, ਸਾਰੀ ਕੀਤੀ ਬਿਆਨ। ਜਿਹੜੇ ਬੰਦੇ ਜਿਹੜੇ ਇੱਥੇ ਮੌਜੂਦ ਸਨ ਗੁਜਰਾਂ ਵਾਲੇ, ਜਿਨ੍ਹਾਂ ਦੇ ਜ਼ਰੀਏ ਤੁਸੀਂ ਪੈਸੇ ਉਹਨਾਂ ਨੂੰ ਦਿੱਤੇ ਨੇ ਅਗਵਾਕਾਰਾਂ ਨੂੰ, ਉਹਨਾਂ ਦੇ ਉਹ ਤੁਹਾਨੂੰ ਮਿਲ ਰਹੇ ਨੇ ਬੰਦੇ? ਨਹੀਂ, ਕੋਈ ਨਹੀਂ ਮਿਲਦੇ ਪਿਆ, ਕਿਉਂਕਿ ਮੈਂ ਜਿਸ ਦਿਨ ਆਇਆ ਮੈਂ ਗਾਉਂ ਨਹੀਂ ਗਿਆ, ਇੱਕ ਦਫਾ ਬਸ ਗਿਆ, ਕਿਉਂਕਿ ਉਹਨਾਂ ਮੈਨੂੰ ਤੜੀਆਂ ਲਾਈਆਂ ਨੇ ਕਿ ਫੋਨ ਕਰਕੇ ਮਗਰੋਂ ਕਿ ਅਗਰ ਤੂੰ ਮਤਲਬ ਕਿ ਅਸੀਂ ਤੇਰਾ ਬੜਾ ਨੁਕਸਾਨ ਕਰਾਂਗੇ। ਬੱਚਿਆਂ ਤੱਕ ਮੈਨੂੰ ਉਹਨਾਂ ਤੜੀਆਂ ਲਾਈਆਂ ਨੇ ਕਿ ਅਗਰ ਤੂੰ ਪਾਕਿਸਤਾਨ ਜਾ ਕੇ ਕੋਈ ਗੱਲ ਕੀਤੀ ਜਾਂ ਕੋਈ ਕਾਰਵਾਈ ਕੀਤੀ ਤਾਂ ਅਸੀਂ ਤੇਰੇ ਨਾਲ ਬੁਰਾ ਪੇਸ਼ ਆਵਾਂਗੇ, ਤੇਰੇ ਬੱਚਿਆਂ ਨੂੰ ਵੀ ਚੁੱਕ ਲਾਂਗੇ, ਚੁੱਕ ਕੇ ਨਾਰੇ ਸੁੱਟ ਦਿਆਂਗੇ। ਇਸ ਤਰ੍ਹਾਂ ਦੇ ਮੈਨੂੰ ਤੜੀਆਂ ਲਾਈਆਂ ਇਹਨਾਂ ਕਿੰਨੇ ਕੁ ਦਿਨ ਤੁਹਾਨੂੰ ਉੱਥੇ ਆਪਣੇ ਨਰਗੇ 'ਚ ਰੱਖਿਆ ਇਹਨਾਂ ਨੇ ਅਗਵਾਕਾਰਾਂ ਨੇ? 3 ਦਿਨ ਰੱਖਿਆ ਮੈਨੂੰ, 2 ਰਾਤਾਂ 3 ਦਿਨ ਰੱਖਿਆ। ਤੇ 3 ਦਿਨ 'ਚ ਇਹਨਾਂ ਤੁਹਾਨੂੰ ਜ਼ਦੋਂ ਕੋ ਵੀ ਕੀਤਾ? ਹਾਂਜੀ, ਇਹਨਾਂ ਮੈਨੂੰ ਮਾਰਿਆ। 1 ਮਿੰਟ ਵੀ ਜਦੋਂ ਅੱਗੇ ਪਿੱਛੇ ਆਉਂਦਾ ਸੀ ਨਾ ਗੱਲ ਕਿ ਪੈਸੇ ਆ ਰਹੇ ਨੇ ਜਾ ਰਹੇ ਨੇ, ਹੋ ਰਿਹਾ ਰੇਂਜ, ਜਿਵੇਂ ਕਰਦੇ ਹਨ, ਮੈਨੂੰ 2 ਮਿੰਟ ਦਾ ਟਾਈਮ ਦਿੰਦਾ, ਉਸ ਤੋਂ ਬਾਅਦ ਇਹ ਮੈਨੂੰ ਮਾਰਦੇ ਸਨ ਡੰਡਿਆਂ ਨਾਲ, ਲੰਮਿਆਂ ਪਾ ਕੇ। ਇਹਨਾਂ ਦੇ ਨੌਕਰਾਂ ਤੱਕ ਮੇਰੀਆਂ ਲੱਤਾਂ ਬਾਹਾਂ ਫੜ ਕੇ ਮੈਨੂੰ ਮਾਰਿਆ। ਇਹਨਾਂ ਮੈਨੂੰ ਬੜਾ ਮਾਰਿਆ ਸਾਰਿਆਂ ਨੇ ਨਾ। नाज़रीन, जैसा कि देखें, ये बंदा है और ये इसकी आंखों में आंसू हैं, और ये आइंदा भी जो ज़ायरीन जा रहे हैं ईरान में ज़ियारतों के लिए, उनके लिए भी ये बड़ी परेशानी का बायस बन सकती है ये मामला जो है। देखें, कहीं भी इस तरह के नासर कहीं भी पाए जाते हैं, यो खा वो पाकिस्तान में हो या ईरान में, इनके ख़िलाफ़ हुकूमतों को सख्त से सख्त एक्शन लेना चाहिए। जी, हमारे साथ मौजूद हैं इस वक्त राय मुजम्मल साहब, जो मजहबी स्कॉलर हैं और सीनियर साफ़ी हैं, कालम निगार हैं, बहुत सारे अखबारात में लिखते हैं कालम। इनसे हम जानेंगे कि ये मज़कूरा जो शख्स है, इसके साथ जो वाक़या पेश आया है, उसके बारे में ये क्या कहते हैं। ये इंसानियत कहाँ से जा रही है कि कोई बंदा ज़ियारत करने के लिए आता है, अपनी मजहबी अक़ीदत के लिए अपने आता है, अपने मजहबी मामलात के लिए, कोई ज़ियारतों के लिए आता है, कोई इबादत के लिए आता है, तो उसके साथ भी ये देखें इस तरह का कल को देखो को मुसलमान हज करने के लिए जा रहा है, अगर खुदा न खास्ता सऊदीया में इस तरह का वाक़या हो जाए, ये यही अक़ीदत लेके तमाम जितने भी अहले तशी हैं वो ईरान जाते हैं मुसलमान, और बहुत सारे मुसलमान मक्के जाते हैं, जो सब की यही अक़ीदत होती है। लेकिन आगे से इस तरह का मामला हो जाए, ये बड़ा ही तकलीफ़ दह अमल है। तो इनसे हम जानेंगे कि ये क्या कहते हैं इसके बारे में। जी मुजम्मल साहब, क्या हाल है? जी, अस्सलाम वालेकुम, कैसे हैं आप सर? ये बड़ा ही सर दिल दुखाने वाला वाक़या हुआ है। बुनियादी तौर पे 2 चीज़ें हैं कि मैं ज़ायरीन के हवाले से तमाम पाकिस्तानियों से एक अपील करूँगा कि आपने जब भी ज़ियारत पे जाना है तो आप कोशिश करें कि जो लोग वेल नोन हैं, जिनका ये कारोबार बन चुका है, उन्हीं के ज़रिए ज़ियारत पे जाएँ, क्योंकि आपने दायरे गैर में जाना है। वहाँ पर 2 मुश्किलात आती हैं। एक तो आप उनकी ज़ुबान से नाशना है। ईरान में फ़ारसी बोली जाती है, पाकिस्तान पंजाबी उर्दू वाले हैं, ईरान में इंग्लिश बहुत कम बोली जाती है। तो इन्हें चाहिए कि जो भी ज़ायर जाए वो किसी ऐसे काफ़िले के साथ जाए जो गवर्नमेंट के साथ रजिस्टर्ड हो। ये पहली सबसे, क्योंकि अपनी जान माल की हिफाजत करें। यहाँ पर एक रवाज चला है कुछ अरसे से, जब से ज़ियारतें ज़्यादा हुई हैं, कि दोस्त आपस में मिल के चले जाते हैं, ग्रुप बना लेते, खुद ही प्रोफेशनल नहीं होते। जिस तरह इनका भी ये जो आबद हुसैन साहब जिनके साथ ये वाक़या हुआ, ये भी दोस्तों का ग्रुप था, ये भी कोई प्रोफेशनल सलार नहीं है। एक तो ये मसला है कि अगर ये प्रोफेशनल सलार होते तो फिर वो इन तक पहुंच नहीं सकते थे, क्योंकि जो प्रोफेशनल सलार होते हैं उनका पूरा राब्ता होता है, यानी कि उनका ट्रांसपोर्ट का भी राब्ता होता है, उनका होटलिंग का भी राब्ता होता है, वीज़ा लेके देने का भी राब्ता, वो सब एक तरह जुड़े होते हैं, एक सिलसिला बना होता है उनका पूरा, वो एक दूसरे की हमा वक्त खबर रखते हैं। ये चूँकि नए लोग थे या मतलब दोस्त थे, तो इनका वहाँ पर किसी से कोई राब्ता नहीं था, लिहाजा जी होटल से गायब हो गया, किसी को खबर ही नहीं हुई।
ان کے گھر پہ ہی خبر آئی نا جی. جبکہ جو قافلہ سالار باقاعدہ ہے ان کا تو پورا ایک رابطہ ہے کہ ان کا یہاں بھی پتہ ہے, ایران میں بھی پتہ ہے. اب تو لوگوں نے ایران عراق میں باقاعدہ دفاتر بنا لیے ہیں. دیکھیں مزمل صاحب, ایران اس زائرین سے کروڑوں ڈالر کا زر مبادلہ کما رہا ہے, ٹھیک ہے. کسی بھی بندے کا ادھر جانا یا سالار کو لے کے جانا یا کوئی ایجنٹ ہائر کر لینا ساتھ, ٹھیک ہے, وہ پروفیشنل ایجنٹ تو ضرور ہوتے ہیں, ان کو ہر چیز کا پتہ ہوتا ہے, لیکن میں یہ سمجھتا ہوں کہ ہر مسلمان کو یہ حق ہے کہ وہ خود جا کے اپنی زیارت کر سکے, اپنے یہ مقدس مقامات پر جا سکے. یہ اس میں یہ ایرانی گورنمنٹ کا یہ فریضہ ہے کہ جو آنے والے زائرین ہیں ان کو وہ سیکورٹی مہیا کرے, ان کو سیکورٹی دے اور ان کا طرح کے ہر جان و مال کا تحفظ کیا جائے اور ان کا خیال رکھے. اس کے بارے میں دیکھیں سالار کو, ٹھیک ہے, وہ ایک پروفیشنل لوگ تو ہوتے ہیں, لیکن میرے خیال میں اگر چند دوست اگر اکٹھے ہو کے چلے جاتے ہیں تو اس میں بھی کوئی مذائقہ نہیں ہے. یہ ہونا چاہیے. یہ آپ کو یہ شہزاد صاحب آپ بالکل صحیح کہہ رہے ہیں کہ بینگ انسان مسلمان, ہم کسی بھی اسلامی ملک میں جاتے ہیں یا کسی جگہ وزٹ پہ بھی جاتے ہیں تو ایز اے انسان ہمیں یہ حق ہے کہ ہم وہاں پہ جائیں, چونکہ ہم نے ویزا لیا ہے, ہم ان کے جو ٹیکسز ہیں, جو ان کے آئین ہے, قانون ہے, کانسٹیٹیوشن, اس کی پابندی کر رہے ہیں. وہ میں نے ایک احتیاطی طور پہ بات کی تھی. اب ایران کی ذمہ داری یہ تھی کہ یہ وہاں پہ تھے تو وہاں کی انتظامیہ کو سمجھنا چاہیے تھا, اس ہوٹل والے کو کچھ ان کے لیے کرنا چاہیے تھا کہ ہوٹل کا ایک معزز گاہک ہے نا, مطلب ان کا کاروبار ہے, وہ دیکھتا کہ میرا ایک گاہک جو میرے پاس آ کے ٹھہرا ہوا ہے اسے کچھ لوگ لے گئے اسلحے کے زور پہ, کیوں لے گئے, اسے بھی کچھ کرنا چاہیے تھا. ہوٹل والے کی بھی یہ نیگلیجنسی ہے کہ اس نے کچھ نہیں کیا. اسی طرح وہاں کے جو شہر کے امن و امان کے ذمہ دار ہیں ان کا بھی ایک بنتا ہے کہ وہاں پر جو امن و امان کے ذمہ دار انہیں پتہ ہونا چاہیے, کیونکہ اب تو سیکیورٹی کی وجہ سے جو بھی غیر ملکی کسی ملک جاتا ہے تو وہاں کا شناختی کارڈ, وہاں کی پولیس جو ہوتی ہے, جو ذمہ دار ادارے ہوتے ہیں وہ لیتے ہیں, تو ان کو بھی تھوڑی ان کی بھی نااہلی ثابت اس واقعے سے ہوئی ہے. اس میں کوئی دوسری رائے ہے ہی نہیں, یہ کہا بھی نہیں جا سکتا. لیکن میں یہ جو آپ کی توجہ دلانا چاہتا ہوں کہ یہ ایک پتہ نہیں اتفاق ہے یا واقعتاً مظفر گڑھ جو کوٹ ادو ہے اس میں کوئی ایسے لوگ زیادہ رہ گئے. یعنی جاوید کو بھی مظفر گڑھ کے ایک بندے نے وہاں پر اغوا کیا اور اس کا پورا گینگ ہے. اس کے بقول جو اس نے اخبارات میں, تمام اخبارات میں اس کی اپیل لگی ہے اور اس میں اس نے یہ شائع ہوئی ہے اور اس میں اس نے بتایا ہے کہ فلاں فلاں بندے تھے اور وہ پاکستانی تھے. ابھی یہ میں جو موبائل دیکھ رہا تھا, میں نے ابھی بھٹی صاحب کو یہ حاوی نیوز کے جو چیف ایڈیٹر نے بھیجی کہ یہ آپ دیکھیں کہ یہ سعودی عرب, وہاں سے مظفر گڑھ کے ایک بندہ ہے اور وہ سعودی عرب لے گیا ہے اور وہاں سے جا کے اسے بھیک منگوا رہا ہے. یہ بھی مظفر گڑھ کے کوئی, یہ باقاعدہ درخواست گئی ہوئی ہے ڈی پی او مظفر گڑھ کو کہ وہاں پر کوئی خالد مکی نامی بندہ ہے جو مظفر گڑھ کا رہنے والا ہے اور وہاں کے مظفر گڑھ کے لوگوں کو لے گیا عمرے کے لیے اور وہاں پہ لے جا کے وہ ان سے بھیک منگوا رہے ہیں. اور یہ بھی مظفر گڑھ کی ہے, یہ پتہ نہیں اتفاق ہے یا کیا مسئلہ ہے کہ ان کے ساتھ بھی مظفر گڑھ کے ایک بندے نے کیا ہے اور جو وہاں ہے وہ بھی مظفر گڑھ کے ایک بندہ ہے. یہ پاکستانی حکومت کو بھی اس پہ مکمل ایکشن لینا چاہیے. یہ پاکستان کے وقار کا مسئلہ ہے کہ پاکستان کے شہریوں پہ دوسرے ملکوں میں جا کے ظلم کر رہے ہیں. تو پاکستان کی حکومت کو بھی اس پر نوٹس لینا چاہیے, ایران اور سعودی عرب کو بھی ان کا نوٹس لینا چاہیے اور ایسے لوگوں کو ہمیشہ کے لیے بلیک لسٹ کر دینا چاہیے کہ پاکستانی سے لے کے انسانی اسمگلنگ گرفتار کرے, سزا دے. اور ایران اور دیگر ممالک, ایسے ممالک کو ہمیشہ کے لیے, بلکہ پاکستان اس کا پاسپورٹ ہی ضبط کرے. کیونکہ دیکھیں یہ ایک نیا تنازع بھی کھڑا ہو سکتا ہے نا, جس طرح کے حالات ہیں ابھی ان کے ساتھ ہوا. اللہ نے رحم کیا کہ ان کی زندگی بچ گئی. ان کے گھر والوں کے, اگر ان کے گھر والوں کے پاس اتنے پیسے نہ ہوتے, یہ بھی ایک مسئلہ ہے. تو ہم تو یہی کہیں گے کہ حکومت کو اس پہ سخت نوٹس لینا چاہیے, ایرانی ایمبیسی کو بھی اس میں اپنا کردار ادا کرنا چاہیے, ایرانی کونسل کو بھی اپنا کردار ادا کرنا چاہیے, اور پاکستان کی جو وزارت داخلہ اور وزارت خارجہ ان دونوں کو بھی اپنا کردار ادا کرنا چاہیے, اور دنیا کے ہر کونے میں پاکستان کے شہریوں کی جان و مال کی حفاظت ہونی چاہیے. ناظرین, سیاحت جو ہے وہ کسی بھی ملک کی ریڑھ کی ہڈی کا, معیشت میں ریڑھ کی ہڈی کا کردار ادا کرتی ہے. اگر ایران کا دیکھیں تو ایران کا ایک بہت بڑا زر مبادلہ کمانے کا ان کا یہ ذریعہ ہے کہ وہاں پہ زیارت کے لیے بہت ساری تعداد میں ہر سال زائرین آتے ہیں. ٹھیک ہے, یہ اگر یہ معاملہ وائرل ہو جائے یا یہ لوگوں تک پہنچ جائے تو دیکھیں یہ اس کے اثرات ایران کی سیاحت پر بھی پڑیں گے. ایرانی گورنمنٹ کو بھی اس کے بارے میں ایکشن لینا چاہیے, اور پاکستانی گورنمنٹ کو لیے بھی یہ بڑا لمحہ فکریہ ہے کہ پاکستان سے جو زائرین جا رہے ہیں ادھر, ان کے ساتھ ہی ایسا سلوک کیوں. اس کے ساتھ ہی مجھے اجازت دیجیے. اللہ حافظ.